ਬਲਵਿੰਦਰ ਸਿੰਘ ਊਰਜਾ ਬਾਬਤ ਪੁੱਛ ਰਹੇ ਹਨ ਕਿ ਇੱਕ ਉਪਨਿਸ਼ਦ ਵੀ ਊਰਜਾ 'ਤੇ ਹੀ ਲਿਖਿਆ ਹੋਇਆ ਹੈ ਕਿ ਇਹ ਊਰਜਾ ਹੀ ਆਤਮਾ ਹੈ ਜਾਂ ਪਰਮਾਤਮਾ ਹੈ ਜਾਂ ਪਰਮਾਤਮਾ ਦਾ ਵਾਹਨ ਹੈ। ਪਰਮਾਤਮਾ ਦਾ ਵਾਹਨ ਕਹਿ ਸਕਦੇ ਹਾਂ। ਪਹਿਲਾਂ ਤੁਸੀਂ ਊਰਜਾ ਦਾ ਸਰੂਪ ਸਮਝੋ। ਊਰਜਾ ਨੂੰ ਹੀ ਪੁਰਾਣੇ ਸਮੇਂ ਦੇ ਵਿੱਚ ਸ਼ਕਤੀ ਕਹਿੰਦੇ ਸਨ। ਇਹ ਸ਼ਕਤੀ ਪੈਦਾ ਹੋਈ ਪਰਮਾਤਮਾ ਤੋਂ। ਅਧਿਆਤਮਵਾਦੀਆਂ ਨੇ ਇਸ ਸ਼ਕਤੀ ਨੂੰ ਧੁਨ ਕਿਹਾ ਹੈ, ਪਰ ਵਿਗਿਆਨਿਕ ਬਾਹਰੋਂ ਦੇਖਦੇ ਹਨ ਇਸ ਸ਼ਕਤੀ ਨੂੰ, ਇਸ ਕਰਕੇ ਉਹ ਇਹਨੂੰ ਬਿਜਲੀ ਕਹਿੰਦੇ ਹਨ, ਵਿਦੁਤ। ਉਹ ਕਹਿੰਦੇ ਹਨ ਵਿਦੁਤ ਤੋਂ ਹੀ ਇਹ ਸਾਰਾ ਆਕਾਰ ਬਣਿਆ। ਵਿਦੁਤ ਹੀ 3 ਟੁਕੜਿਆਂ ਦੇ ਵਿੱਚ ਟੁੱਟ ਗਈ। ਉਹਨੂੰ ਕਹਿੰਦੇ ਹਨ ਇਲੈਕਟ੍ਰਾਨ, ਨਿਊਟਰਾਨ, ਪ੍ਰੋਟਾਨ। ਪਰ ਅਧਿਆਤਮਵਾਦੀ ਅੰਦਰੋਂ ਦੇਖਦੇ ਹਨ। ਇਸ ਕਾਰਨ ਉਹਨਾਂ ਨੇ ਜਾਣਿਆ ਹੈ ਧੁਨ ਨੂੰ ਪਹਿਲਾਂ ਨਾਦ ਹੋਇਆ, ਆਵਾਜ਼ ਹੋਈ, ਧੁਨ ਹੋਈ ਕਹਿ ਸਕਦੇ ਹਾਂ। ਉਹਨੂੰ ਉਹਨਾਂ ਨੇ ਨਾਮ ਵੀ ਦਿੱਤਾ ਹੈ ਓਮ। ਅਤੇ ਉਸ ਧੁਨ ਦੁਆਰਾ, ਆਵਾਜ਼ ਦੁਆਰਾ ਇਹ ਸ਼ਕਤੀ 3 ਹਿੱਸਿਆਂ ਦੇ ਵਿੱਚ ਟੁੱਟ ਗਈ। ਉਹਨੂੰ ਹੀ ਬਾਬੇ ਨਾਨਕ ਨੇ ਕਿਹਾ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਭਾਵ ਕਿ ਇੱਕ ਮਾਇਆ ਉਹ ਸ਼ਕਤੀ, ਅਤੇ ਉਹਦੇ 3 ਚੇਲੇ, 3 ਗੁਣ ਪੈਦਾ ਹੋ ਗਏ ਉਹਦੇ ਵਿੱਚੋਂ ਹੀ, ਉਸੇ ਮਾਈ ਦੇ ਗਰਭ ਦੇ ਵਿੱਚੋਂ ਹੀ। ਰਜ, ਤਮ ਅਤੇ ਸਤ। ਇੱਕ ਪੈਦਾ ਕਰਨ ਵਾਲਾ ਅਤੇ ਇੱਕ ਠਹਿਰਾਉਣ ਵਾਲਾ ਗੁਣ ਅਤੇ ਇੱਕ ਵਿਨਾਸ਼ ਕਰਨ ਵਾਲਾ। ਅਤੇ ਤਿੰਨਾਂ ਨੂੰ ਨਾਮ ਵੀ ਦੇ ਦਿੱਤੇ ਹਨ। ਪੁਰਾਣੇ ਗ੍ਰੰਥਾਂ ਦੇ ਵਿੱਚ ਬਹੁਤ ਢੰਗ ਦੇ ਨਾਲ ਨਾਮ ਦਿੱਤੇ ਗਏ ਹਨ। ਬ੍ਰਹਮਾ ਪੈਦਾ ਕਰਨ ਵਾਲਾ ਗੁਣ, ਵਿਸ਼ਨੂੰ ਠਹਿਰਾਉਣ ਵਾਲਾ, ਸ਼ਿਵ ਵਿਨਾਸ਼ ਕਰਨ ਵਾਲਾ। 3 ਦੇਵਤੇ ਇਹ ਪੈਦਾ ਉਸ ਮਾਈ ਤੋਂ ਹੀ ਹੋਏ ਹਨ, ਸ਼ਕਤੀ ਤੋਂ ਪੈਦਾ ਹੋਏ ਹਨ। ਅਤੇ ਇਹ 3 ਗੁਣਾਂ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਇਹ 3 ਗੁਣਾਂ ਦੁਆਰਾ ਹੀ ਚੱਲ ਰਹੀ ਹੈ। 3 ਗੁਣ ਹੀ ਕੰਮ ਕਰ ਰਹੇ ਹਨ ਉਹਦੇ ਅੱਗੇ, ਸ਼ਕਤੀ ਦੇ। ਵਿਗਿਆਨਕ ਇਹਨੂੰ ਊਰਜਾ ਕਹਿ ਦਿੰਦੇ ਹਨ। ਅਤੇ ਉਹ ਬਾਹਰੋਂ ਸੂਖਸ਼ਮ ਯੰਤਰਾਂ ਦੇ ਨਾਲ ਊਰਜਾ ਦਾ ਖੇਲ ਦੇਖਦੇ ਹਨ ਵੀ 3 ਹਿੱਸਿਆਂ ਦੇ ਵਿੱਚ ਇਹ ਕੰਮ ਕਰਦੀ ਹੈ। ਪਰ ਬਾਹਰੋਂ ਇਸ ਊਰਜਾ ਤੱਕ ਪਹੁੰਚਿਆ ਨਹੀਂ ਜਾ ਸਕਦਾ ਹੈ। ਇਸ ਊਰਜਾ ਤੱਕ ਪਹੁੰਚਣ ਵਾਸਤੇ ਉਲਟੀ ਯਾਤਰਾ ਕਰਨੀ ਪਵੇਗਾ ਬਾਹਰੋਂ ਅੰਦਰ ਨੂੰ, ਕਿਉਂਕਿ ਅੰਦਰੋਂ ਹੀ ਪ੍ਰਗਟ ਹੋਈ ਹੈ ਨਾ ਊਰਜਾ ਸ਼ਕਤੀ ਬਾਹਰ ਨੂੰ। ਅਤੇ ਜਦੋਂ ਫਿਰ ਯਾਤਰਾ ਹੋਵੇਗੀ ਇਸ ਸ਼ਕਤੀ ਵੱਲ ਨੂੰ, ਫਿਰ ਬਾਹਰੋਂ ਅੰਦਰ ਨੂੰ ਹੋਵੇਗੀ। ਇਸੇ ਕਾਰਨ ਹੀ ਹਜ਼ਾਰਾਂ ਸਾਲਾਂ ਤੋਂ ਹੀ ਇਸ ਸ਼ਕਤੀ ਦੀ ਗੱਲ ਕਰਦੇ ਆਏ ਹਨ ਅਧਿਆਤਮਵਾਦੀ ਵੀ। ਉਹ ਇਸ ਕਰਕੇ ਕਰਦੇ ਹਨ ਵੀ ਜਦੋਂ ਵੀ ਕੋਈ ਅੰਦਰ ਦੀ ਯਾਤਰਾ ਕਰੇਗਾ, ਪਰਮਾਤਮਾ ਵੱਲ ਨੂੰ ਜਾਵੇਗਾ, ਅਤੇ ਰਸਤੇ ਦੇ ਵਿੱਚ ਉਹਦਾ ਮਿਲਨ ਸ਼ਕਤੀ ਦੇ ਨਾਲ ਹੋਵੇਗਾ। ਸ਼ਕਤੀ ਵਿਚਾਲੇ ਹੈ ਨਾ,
ਉਹਨੂੰ ਹੀ ਲక్ష్ਮੀ ਕਿਹਾ ਹੈ, ਸ਼ਕਤੀ। ਇਸੇ ਕਾਰਨ ਹੀ ਧੁਨ ਦੇ ਵਿੱਚ ਧਿਆਨ ਲਾਉਣ ਨੂੰ ਕਿਹਾ ਗਿਆ ਹੈ। ਧੁਨ ਪਰਮਾਤਮਾ ਅਤੇ ਸੰਸਾਰ ਦੇ ਵਿਚਾਲੇ ਹੈ, ਇੱਕ ਪੁਲ ਦੀ ਤਰ੍ਹਾਂ। ਤੇ ਸ਼ਬਦ ਇੱਧਰਲਾ ਕਿਨਾਰਾ ਹੈ, ਸਥੂਲ ਧੁਨ ਦਾ ਰੂਪ ਸੰਸਾਰ। ਇਸੇ ਕਾਰਨ ਹੀ ਸੰਸਾਰ ਨੂੰ ਸ਼ਬਦ ਰੂਪ ਕਿਹਾ ਹੈ। ਤੇ ਧੁਨ ਦਾ ਦੂਸਰਾ ਕਿਨਾਰਾ ਪਰਮਾਤਮਾ ਦੇ ਨਾਲ, ਮਹਾਸ਼ਕਤੀ ਦੇ ਨਾਲ ਜੁੜਿਆ ਹੋਇਆ ਹੈ। ਫਿਰ ਜਿੰਨੇ ਸਤਿਪੁਰਖ ਨੇ ਇਸ ਸ਼ਕਤੀ ਨੂੰ ਜਾਣਿਆ ਸੀ ਆਪਣੇ ਅੰਦਰ, ਉਹਨੇ ਬਾਹਰ ਦੱਸਿਆ ਦੂਸਰਿਆਂ ਨੂੰ। ਤੇ ਬਾਹਰ ਸੁਣਨ ਵਾਲਿਆਂ ਨੇ ਫਿਰ ਵੱਖ ਵੱਖ ਰੂਪ ਇਸ ਸ਼ਕਤੀ ਦੇ ਕਲਪਿਤ ਕਰ ਲਵੇ। ਜਿਵੇਂ ਚੰਡੀ ਹੈ, ਦੁਰਗਾ ਹੈ, ਹੋਰ ਬਹੁਤ ਸਾਰੇ ਰੂਪ ਹਨ ਦੇਵੀ ਦੇਵਤਿਆਂ ਦੇ। ਉਹ ਸ਼ਕਤੀ ਦੇ ਹੀ ਰੂਪ ਹਨ। ਸ਼ਕਤੀ ਤੋਂ ਹੀ ਪੈਦਾ ਹੋਏ, ਸ਼ਕਤੀ ਦੁਆਰਾ ਹੀ ਪੈਦਾ ਹੋਏ। ਫਿਰ ਬਾਹਰੋਂ ਇਹ ਸ਼ਕਤੀ ਦੇ ਰੂਪਾਂ ਦੀ ਪੂਜਾ ਕਰਕੇ ਦੇਵੀ ਦੇਵਤਿਆਂ ਦੀ, ਇਹ ਸ਼ਕਤੀ ਵੱਲ ਨਹੀਂ ਜਾਇਆ ਜਾ ਸਕਦਾ। ਇਸ ਕਰਕੇ ਉਹ ਰੋਕਦੇ ਹਨ ਬਾਹਰੋਂ। ਉਹ ਕਹਿੰਦੇ ਹਨ ਵੀ ਬਾਹਰੋਂ ਪੂਜਾ ਕਰਕੇ ਇਸ ਸ਼ਕਤੀ ਵੱਲ ਨਹੀਂ ਜਾਓਗੇ ਤੁਸੀਂ। ਸ਼ਕਤੀ ਤੁਹਾਡੇ ਅੰਦਰ ਹੈ, ਜਿਹਦੇ ਦੁਆਰਾ ਤੁਹਾਡਾ ਸਰੀਰ ਚੱਲ ਰਿਹਾ ਹੈ। ਤੇ ਉਹਦੇ ਵੱਲ ਜਾਣਾ ਹੈ ਤੇ ਬਾਹਰੋਂ ਧਿਆਨ ਹਟਾਉਣਾ ਪਵੇਗਾ, ਕਿਉਂਕਿ ਸ਼ਕਤੀ ਬਾਹਰ ਜਾ ਰਹੀ ਹੈ ਧਿਆਨ ਕਰਕੇ। ਇਹੋ ਹੀ ਧਨ ਹੈ, ਸੰਪਦਾ ਹੈ। ਮੈਂ ਪਿੱਛੇ ਵੀ ਕਿਹਾ ਹੈ, ਧਿਆਨ ਹੀ ਤੁਹਾਡੀ ਸੰਪਦਾ ਹੈ। ਤੇ ਬਾਹਰ ਜਾ ਰਿਹਾ, ਇਹਦੇ ਦੁਆਰਾ ਸ਼ਕਤੀ ਬਾਹਰ ਬਿਖਰ ਰਹੀ ਹੈ ਸੰਸਾਰ ਵਿੱਚ। ਤੇ ਧਿਆਨ ਬਾਹਰ ਜਾ ਰਿਹਾ ਹੈ ਇੰਦਰੀਆਂ ਦੁਆਰਾ, ਵਾਸ਼ਨਾ ਕਰਕੇ। ਤੇ ਸ਼ਕਤੀ ਬਾਹਰ ਸੰਸਾਰ ਵਿੱਚ ਵਿਅਰਥ ਗਵਾ ਰਹੇ ਹੋ ਤੁਸੀਂ, ਕੌਡੀਆਂ ਦੇ ਭਾਅ ਵੇਚ ਰਹੇ ਹੋ। ਅਮੋਲਕ ਧਨ, ਅਮੋਲਕ ਖਜ਼ਾਨਾ, ਸਾਚਾ ਧਨ ਕਾਚੇ ਧਨ ਵਾਸਤੇ ਵਰਤ ਰਹੇ ਹੋ। ਬੇਵਕੂਫੀ ਹੈ ਨਾ। ਤੇ ਇਹ ਸ਼ਕਤੀ ਅੰਦਰ ਹੈ। ਤੇ ਇਸ ਸ਼ਕਤੀ ਤੱਕ ਪਹੁੰਚਣ ਦੇ ਬਹੁਤ ਢੰਗ, ਤਰੀਕੇ, ਵਿਧੀਆਂ, ਯੁਕਤੀਆਂ ਖੋਜੀਆਂ ਗਈਆਂ ਹਨ ਸਨਾਤਨ ਸਮੇਂ ਤੋਂ ਹੀ। ਜਿਵੇਂ ਸ਼ਬਦ ਦੇ ਸਹਾਰੇ ਧੁਨ ਵੱਲ ਜਾਣਾ, ਸ਼ਕਤੀ ਵੱਲ ਜਾਣਾ। ਜਿਵੇਂ ਯੋਗੀਆਂ ਦਾ ਆਪਣਾ ਢੰਗ ਸੀ ਅੰਦਰ ਸ਼ਕਤੀ ਵੱਲ ਜਾਣ ਵਾਸਤੇ। ਪਹਿਲਾਂ ਉਹ ਇਹ ਸ਼ਕਤੀ ਦਾ ਉਪਯੋਗ ਸਰੀਰਕ ਸ਼ਕਤੀ ਜਗਾਉਣ ਵਾਸਤੇ ਕਰਦੇ, ਜਿਹਨੂੰ ਕੁੰਡਲਨੀ ਕਿਹਾ ਹੈ। ਫਿਰ ਉਸ ਸ਼ਕਤੀ ਦੁਆਰਾ ਇਸ ਸ਼ਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ, ਪਰ ਸਾਰੇ ਸਫਲ ਨਹੀਂ ਸੀ ਹੋ ਪਾਉਂਦੇ, ਕਿਉਂਕਿ ਇਹ ਬਹੁਤ ਜ਼ਿਆਦਾ ਜਟਲ ਮਾਰਗ ਹੈ, ਹੱਠ ਦਾ ਮਾਰਗ ਹੈ। ਕਈ ਤਪਸਵੀ ਵੀ ਬਹੁਤ ਕੋਸ਼ਿਸ਼ ਕਰਦੇ ਰਹੇ। ਤੇ ਇਸ ਸ਼ਕਤੀ ਕੋਲ ਉਹ ਪਹੁੰਚਦਾ ਹੈ ਜਿਹਦਾ ਮਨ ਥਿਰ ਹੋ ਜਾਂਦਾ ਹੈ, ਇਕਾਗਰ ਹੋ ਜਾਂਦਾ ਹੈ। ਤਾਂ ਉਹਨੂੰ ਸ਼ਕਤੀ ਦਾ ਆਭਾਸ ਹੁੰਦਾ ਹੈ, ਥੋੜ੍ਹੀ ਜਿਹੀ ਮਿਲ ਜਾਂਦੀ, ਉਹਨੂੰ ਹੀ ਸਿੱਧੀ ਕਿਹਾ ਹੈ। ਮਨ ਦੁਆਰਾ ਸ਼ਕਤੀ ਦਾ ਇੱਕ ਪਹਿਲੂ ਸਿੱਧ ਕਰ ਲਿਆ, ਸਿੱਧੀ ਹੋ ਗਈ ਇੱਕ। ਪਰ ਇਹ ਰਿੱਧੀਆਂ ਸਿੱਧੀਆਂ ਦੇ ਵਿੱਚ ਜ਼ਿਆਦਾਤਰ ਸਾਧਕ ਫਸ ਜਾਂਦੇ ਹਨ। ਬੜੇ ਬੜੇ ਤਪਸਵੀ ਹੋਏ ਹਨ, ਉਹਨਾਂ ਦੇ ਹੱਥ ਜਦੋਂ ਇਹ ਸਿੱਧੀਆਂ ਆ ਗਈਆਂ, ਭਾਵ ਕਿ ਇਹ ਥੋੜ੍ਹੀ ਜਿਹੀ ਸ਼ਕਤੀ ਆ ਗਈ, ਤੇ ਉਹ ਆਪਣੇ ਆਪ ਨੂੰ ਹੀ ਪਰਮਾਤਮਾ ਸਮਝਣ ਲੱਗ ਪਏ। ਜਿਵੇਂ ਹਰਨਾਕਸ਼ ਕਠੋਰ ਤਪ ਦੁਆਰਾ, ਹੱਠ ਦੁਆਰਾ ਇਹ ਸਿੱਧੀਆਂ ਪ੍ਰਾਪਤ ਕਰ ਲਈਆਂ। ਫਿਰ ਇਹ ਸਿੱਧੀਆਂ ਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਇਹ ਸ਼ਕਤੀ ਦਾ, ਤੋਂ ਵਾਪਸ ਫਿਰ ਸੰਸਾਰ ਵਿੱਚ ਹੀ ਆ ਜਾਂਦੇ ਆ। ਜਿਵੇਂ ਰਾਵਣ ਹੋਇਆ ਹੈ,
ਉਹਨੇ ਵੀ ਤਪੱਸਿਆ ਦੁਆਰਾ ਸਿੱਧੀਆਂ ਹੀ ਪ੍ਰਾਪਤ ਕੀਤੀਆਂ ਸਨ, ਸ਼ਕਤੀ ਪ੍ਰਾਪਤ ਕਰਨ ਲਈ ਕਹਿ ਲਓ ਇੱਕ। ਅਤੇ ਜ਼ਿਆਦਾਤਰ ਇਹ ਥੋੜ੍ਹੀ ਜਿਹੀ ਵੀ ਸ਼ਕਤੀ ਕਿਸੇ ਦੇ ਹੱਥ ਵਿੱਚ ਆ ਜਾਵੇ ਨਾ, ਪਤਾ ਲੱਗ ਜਾਵੇ ਵੀ ਮੈਨੂੰ ਇਹ ਸ਼ਕਤੀ ਪ੍ਰਾਪਤ ਹੋਊਗੀ, ਇਹ ਸਿੱਧੀ ਪ੍ਰਾਪਤ ਹੋਊਗੀ, ਤਾਂ ਉਲਝ ਜਾਂਦਾ ਹੈ ਜ਼ਿਆਦਾ। ਅਤੇ ਬਹੁਤ ਸਾਰੇ ਅਜੋਕੇ ਸਮੇਂ 'ਚ ਵੀ ਸਾਧਕ ਹਨ, ਜਿਵੇਂ ਪਿੱਛੇ ਵੀ ਹੋਏ ਕਈ ਸਾਈਂ ਬਾਬਾ, ਹੋਰ ਵੀ ਬਹੁਤ ਸਨ ਜਿਹੜੇ ਛੋਟੇ ਛੋਟੇ ਚਮਤਕਾਰ ਕਰਕੇ ਦਿਖਾਉਂਦੇ ਸਨ। ਤੋ ਚਮਤਕਾਰ ਉਹ ਸਿੱਧੀ ਦੁਆਰਾ ਹੀ ਹੁੰਦੇ ਹਨ, ਅਤੇ ਸਿੱਧੀ ਹੁੰਦੀ ਹੈ ਇਕਾਗਰਤਾ ਦੁਆਰਾ। ਜਿਹੜੇ ਆਪਣੇ ਆਪ ਧਿਆਨ ਕਰਦੇ ਹਨ, ਯੋਗ ਕਰਦੇ ਹਨ, ਸਾਧਨਾ ਕਰਦੇ ਹਨ, ਸਿਮਰਨ ਕਰਦੇ ਜਾਂ ਧੁਨ ਵਿੱਚ ਧਿਆਨ ਲਾਉਂਦੇ ਹਨ, ਉਹ ਜ਼ਿਆਦਾਤਰ ਇਸ ਸ਼ਕਤੀ 'ਚ ਹੀ ਭਟਕ ਜਾਂਦੇ ਹਨ, ਕਿਉਂਕਿ ਉਦੋਂ ਆਪਣੇ ਅੰਦਰ ਬੜੀ ਹੀ ਸ਼ਕਤੀ ਮਹਿਸੂਸ ਹੁੰਦੀ ਹੈ ਸਾਧਕ ਨੂੰ, ਬੜੀ ਹੀ ਖੁਸ਼ੀ। ਜਿਵੇਂ ਤੁਸੀਂ ਪੁੱਛਿਆ ਹੈ ਨਾ, ਸ਼ਕਤੀ ਹੀ ਆਨੰਦ ਹੈ। ਹਾਂ, ਸ਼ਕਤੀ ਦੁਆਰਾ ਹੀ ਆਨੰਦ ਮਿਲਦਾ ਹੈ। ਜਿਵੇਂ ਬਾਹਰ ਵੀ ਸਰੀਰਕ ਤਲ 'ਤੇ ਤੁਸੀਂ ਦੇਖੋ, ਸਰੀਰਕ ਸ਼ਕਤੀ ਜ਼ਿਆਦਾ ਹੁੰਦੀ ਹੈ ਜਿਹਦੇ ਵਿੱਚ, ਉਹ ਉਤੇਜਿਤ ਵੀ ਜ਼ਿਆਦਾ ਹੁੰਦਾ ਹੈ ਸਰੀਰ ਦੇ ਤਲ 'ਤੇ। ਅਤੇ ਜਿੰਨਾ ਜ਼ਿਆਦਾ ਉਤੇਜਿਤ ਹੁੰਦਾ ਹੈ ਓਨਾ ਜ਼ਿਆਦਾ ਰਸ ਮਿਲਦਾ ਹੈ, ਸਵਾਦ ਮਿਲਦਾ ਹੈ। ਉਤੇਜਨਾ ਦਾ ਸਵਾਦ ਹੈ ਨਾ, ਭਾਵ ਕਿ ਸ਼ਕਤੀ ਦਾ ਹੀ ਸਵਾਦ ਹੈ। ਜੇ ਸਰੀਰ ਨਿਰਬਲ ਹੋਵੇ ਤਾਂ ਫਿਰ ਸ਼ਕਤੀ ਮਹਿਸੂਸ ਹੀ ਨਹੀਂ ਹੁੰਦੀ ਅਤੇ ਸੁੱਖ ਵੀ ਨਹੀਂ ਮਿਲਦਾ। ਅਤੇ ਇਵੇਂ ਹੀ ਅੰਦਰ ਜੋ ਮਾਨਸਿਕ ਸ਼ਕਤੀ ਪੈਦਾ ਹੁੰਦੀ ਹੈ ਮਨ ਦੀ ਇਕਾਗਰਤਾ ਦੁਆਰਾ, ਪੈਦਾ ਨਹੀਂ ਹੁੰਦੀ ਹੈ, ਹੈ ਹੀ ਇਕਾਗਰਤਾ ਦੁਆਰਾ। ਉਹ ਵਿਰਾਟ ਸ਼ਕਤੀ ਦੇ ਨਾਲ ਥੋੜ੍ਹਾ ਜਿਹਾ ਜੋੜ ਹੁੰਦਾ ਹੈ। ਜਿੰਨਾ ਮਨ ਬਾਹਰ ਭਟਕ ਰਿਹਾ ਹੈ ਓਨਾ ਹੀ ਵਿਰਾਟ ਸ਼ਕਤੀ ਤੋਂ ਦੂਰ ਹੁੰਦਾ ਹੈ, ਬਾਹਰ ਸ਼ਕਤੀ ਖੋਹਦੀ ਹੈ। ਅਤੇ ਜਿੰਨਾ ਹੀ ਅੰਦਰ ਇਕਾਗਰ ਹੁੰਦਾ ਹੈ ਓਨਾ ਹੀ ਵਿਰਾਟ ਸ਼ਕਤੀ ਦੇ ਕੋਲ ਹੁੰਦਾ ਹੈ, ਓਨਾ ਹੀ ਉਹਨੂੰ ਸੁੱਖ ਮਿਲਦਾ ਹੈ ਅਤੇ ਸ਼ਕਤੀ ਦਾ ਅਨੁਭਵ ਵੀ ਹੁੰਦਾ ਹੈ। ਅਤੇ ਇਹ ਸ਼ਕਤੀ ਸ਼ਾਂਤੀ ਦੁਆਰਾ ਹੀ ਮਿਲਦੀ ਹੈ। ਤਦੇ ਕਿਹਾ ਹੈ ਨਾ, ਸ਼ਿਵ ਸ਼ਕਤੀ ਕਾ ਮੇਲ। ਸ਼ਿਵ ਕਹੀਏ ਸ਼ਾਂਤੀ ਅਤੇ ਸ਼ਕਤੀ, ਇਸ ਸ਼ਕਤੀ ਤੋਂ ਵਿਰਲਾ ਹੀ ਕੋਈ ਗੁਰਮੁਖ ਪਿਆਰਾ ਅੱਗੇ ਲੰਘਦਾ ਹੈ। ਸਾਧਕ ਤੇ ਬਹੁਤ ਘੱਟ, ਅਸੰਭਵ ਹੈ। ਸ਼ਕਤੀ ਬਹੁਤ ਭਰਮਾਉਂਦੀ ਹੈ। ਬਾਹਰ ਥੋੜ੍ਹੀ ਜਿਹੀ ਸ਼ਕਤੀ ਕਿਸੇ ਨੂੰ ਮਿਲ ਜਾਵੇ ਅਤੇ ਦੇਖੋ ਫੁੱਲੇ ਨਹੀਂ ਸਮਾਉਂਦਾ ਹੈ, ਹੰਕਾਰੀ ਹੋ ਜਾਂਦਾ ਹੈ। ਅਤੇ ਅੰਦਰਲੀ ਜਦੋਂ ਮਿਲ ਜਾਂਦੀ ਹੈ ਕਿਸੇ ਨੂੰ ਅਤੇ ਉਹਦਾ ਬਚਣਾ ਬਹੁਤ ਮੁਸ਼ਕਿਲ ਹੈ। ਇਸੇ ਕਰਕੇ ਰਿੱਧੀਆਂ ਸਿੱਧੀਆਂ 'ਚ ਜ਼ਿਆਦਾ ਖੋ ਜਾਂਦੇ ਹਨ। ਅਤੇ ਇਸ ਸ਼ਕਤੀ ਨੂੰ ਜਿਹੜਾ ਵਿਰਾਟ ਸ਼ਕਤੀ 'ਚ ਲੀਨ ਕਰ ਦਿੰਦਾ ਹੈ, ਜਿਹੜਾ ਜਾਣਦਾ ਹੈ ਸ਼ਕਤੀ ਮੇਰੀ ਨਹੀਂ ਹੈ, ਇਹ ਉਹਦੀ ਹੈ। ਆਤਮਾ ਪਰਮਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਰੇ। ਫਿਰ ਉਹਦੀ ਦੁਬਿਧਾ ਦਵੈਤ ਭਾਵ ਖਤਮ ਹੋ ਜਾਂਦਾ ਹੈ, ਤੋ ਇੱਕ ਸ਼ਕਤੀ ਦੇ ਵਿੱਚ ਲੀਨ ਹੋ ਜਾਂਦਾ ਹੈ, ਜਿਵੇਂ ਕਿਰਨ ਸੂਰਜ ਦੇ ਵਿੱਚ ਲੀਨ ਹੋ ਗਈ। ਇਹ ਹੈ ਯੋਗ ਦਾ ਮਾਰਗ। ਦੂਸਰਾ ਹੈ ਭਗਤੀ ਭਾਵਨਾ ਦਾ ਮਾਰਗ। ਉਹਨਾਂ ਵਾਸਤੇ ਸਤਿਗੁਰੂ ਕਹਿੰਦੇ ਹਨ, ਤਿਆਗੋ ਮਨ ਕੀ ਮਤੜੀ, ਵਸਾਰਹਿ ਦੂਜਾ ਪਾਓ ਜੀਓ, ਤਾਂ ਪਾਵੇ ਹਰਿ ਦਰਸਾਵੜਾ। ਪੂਰਨ ਸਤਿਗੁਰੂ ਸ਼ਕਤੀ ਦੇ ਚੱਕਰ 'ਚ ਪਾਉਂਦਾ ਹੀ ਨਹੀਂ ਹੈ, ਉਹ ਸ਼ਕਤੀ ਤੋਂ ਸਿੱਧਾ ਹੀ ਪਾਰ ਲੈ ਜਾਂਦਾ ਹੈ ਆਪਣੇ ਪਿਆਰੇ ਨੂੰ। ਇਸ ਕਾਰਨ ਭਗਤੀ ਭਾਵਨਾ ਵਾਲਿਆਂ ਨੂੰ ਸ਼ਕਤੀ ਦਾ ਨਹੀਂ ਪਤਾ ਲੱਗਦਾ ਹੈ ਕੋਈ। ਅਗਰ ਪਤਾ ਵੀ ਲੱਗਦਾ ਹੈ ਤਾਂ ਉਹ ਕਹਿੰਦੇ ਹਨ ਸਤਿਗੁਰੂ ਦੀ ਸ਼ਕਤੀ ਹੈ, ਉਹਦੀ ਕਿਰਪਾ ਦੁਆਰਾ ਐਸਾ ਹੋ ਰਿਹਾ ਹੈ ਅਨੁਭਵ। ਅਤੇ ਸਤਿਗੁਰੂ ਕਹਿੰਦਾ ਹੈ ਵੀ ਇਹ ਪਰਮਾਤਮਾ ਦੁਆਰਾ ਹੋ ਰਿਹਾ, ਨਾ ਤੁਹਾਡੇ ਦੁਆਰਾ ਨਾ ਮੇਰੇ ਦੁਆਰਾ। ਇਸ ਕਾਰਨ ਉਹ ਸ਼ਕਤੀ ਤੋਂ ਬਚਾ ਲੈਂਦਾ ਹੈ। ਉਹ ਕਹਿੰਦਾ ਹੈ ਮਨ ਦੀ ਮਤ ਤਿਆਗੋ, ਤੁਹਾਡਾ ਦੂਸਰਾ ਭਾਓ ਦੁਬਿਧਾ ਖਤਮ ਹੋ ਜਾਵੇਗੀ। ਪਹਿਲੇ ਯੋਗ ਦੇ ਮਾਰਗ 'ਤੇ ਆਤਮਾ ਪਰਮਾਤਮਾ ਸ਼ਕਤੀ ਪਰਮ ਸ਼ਕਤੀ ਜਦੋਂ ਇੱਕ ਹੁੰਦੇ ਹਨ ਉਦੋਂ ਦੁਬਿਧਾ ਖਤਮ ਹੁੰਦੀ ਹੈ। ਅਤੇ ਭਗਤੀ ਮਾਰਗ 'ਤੇ
ਆਪਣੀ ਮੱਤ ਛੱਡ ਦਿੰਦਾ ਹੈ, ਗੁਰੂ ਦੀ ਮੱਤ ਲੈ ਲੈਂਦਾ ਹੈ। ਆਪਣੀ ਮੱਤ ਤਿਆਗ ਦਿੰਦਾ ਹੈ, ਮਨ ਦੇ ਦਿੰਦਾ ਹੈ ਗੁਰੂ ਨੂੰ, ਉਹਦੀ ਦੁਬਿਧਾ ਖਤਮ ਹੋ ਜਾਂਦੀ ਹੈ। ਅਤੇ ਪਰਮ ਸ਼ਕਤੀ ਨਾਲ, ਵਿਰਾਟ ਨਾਲ ਏਕਤਾ ਹੁੰਦੀ ਹੈ। ਪਰ ਭਗਤ ਉਹਨੂੰ ਸ਼ਕਤੀ ਨਹੀਂ ਕਹਿੰਦਾ ਹੈ, ਪਰਮਾਤਮਾ ਕਹਿੰਦਾ ਹੈ। ਅਤੇ ਜੋਗੀ ਅਤੇ ਧਿਆਨੀ ਵੀ ਜਦੋਂ ਪਹੁੰਚ ਜਾਂਦੇ ਹਨ ਨਾ, ਉਹਨੂੰ ਸ਼ਕਤੀ ਨਹੀਂ ਕਹਿੰਦੇ ਹਨ, ਸੁੰਨ ਕਹਿੰਦੇ ਹਨ। ਕਿਉਂਕਿ ਉੱਥੇ ਸ਼ਕਤੀ ਦਾ ਕੋਈ ਪਤਾ ਨਹੀਂ ਲੱਗਦਾ। ਸ਼ਕਤੀ ਦਾ ਪਤਾ ਲਾਉਣ ਵਾਲਾ ਨਹੀਂ ਰਹਿ ਜਾਂਦਾ। ਅਤੇ ਸ਼ਕਤੀ ਤੁਹਾਡੇ ਅੰਦਰ ਹੈ, ਸ਼ਕਤੀ ਤੋਂ ਪਾਰ ਹੈ। ਪਰਮਾਤਮਾ ਜਿਹਦੇ ਸਹਾਰੇ ਸ਼ਕਤੀ ਚੱਲ ਰਹੀ ਹੈ। ਅਤੇ ਇਸ ਸ਼ਕਤੀ ਨੂੰ, ਇਸ ਊਰਜਾ ਨੂੰ ਬਾਹਰ ਨਾ ਗਵਾਓ, ਪੇਪਰ ਪੜ੍ਹਨ ਵਿੱਚ ਨਾ ਗਵਾਓ। ਕਈ ਟੈਲੀਫੋਨ 'ਤੇ ਲੱਗੇ ਰਹਿੰਦੇ ਹਨ, ਉਹਨਾਂ ਦੀ ਵੀ ਸ਼ਕਤੀ ਬਾਹਰ ਹੀ ਜਾਂਦੀ ਹੈ। ਤੁਸੀਂ ਕੁਛ ਵੀ ਬਾਹਰ ਦੇਖੋ ਜਾਂ ਸੋਚੋ ਜਾਂ ਬੋਲੋ ਜਾਂ ਮਹਿਸੂਸ ਕਰੋ, ਕਿਸੇ ਇੰਦਰੀ ਦੁਆਰਾ ਵੀ ਸ਼ਕਤੀ ਬਾਹਰ ਜਾਂਦੀ ਹੈ। ਅਗਰ ਤੁਸੀਂ ਬੈਠ ਕੇ ਸੋਚਦੇ ਵੀ ਰਹੋ ਤਾਂ ਵੀ ਸ਼ਕਤੀ ਬਾਹਰ ਜਾਂਦੀ ਹੈ। ਕਿਉਂਕਿ ਸੋਚ ਵਿਚਾਰ ਬਾਹਰ ਦਾ ਹੀ ਹੈ, ਬਾਹਰ ਦਾ ਹਿੱਸਾ ਹੀ ਹੈ। ਅਤੇ ਸੋਚ ਵਿਚਾਰ ਤੋਂ ਜਿਹੜਾ ਮੁਕਤ ਹੁੰਦਾ ਹੈ ਨਾ, ਉਹ ਅੰਦਰ ਸ਼ਕਤੀ ਦੇ ਕੋਲ ਜਾਂਦਾ ਹੈ ਅਤੇ ਸ਼ਕਤੀ ਦਾ ਅਨੁਭਵ ਹੀ ਹੁੰਦਾ ਹੈ। ਅਤੇ ਜਿਹੜਾ ਇਹ ਛੋਟੇ ਮੋਟੇ ਅਨੁਭਵਾਂ ਤੋਂ ਪਾਰ ਚਲੇ ਜਾਂਦਾ ਹੈ, ਚਮਤਕਾਰਾਂ ਤੋਂ, ਰਿੱਧੀਆਂ ਸਿੱਧੀਆਂ ਤੋਂ, ਉਹ ਪਰਮ ਸਰੋਤ ਦੇ ਨਾਲ ਜੁੜ ਜਾਂਦਾ ਹੈ, ਜਿੱਥੋਂ ਸ਼ਕਤੀ ਆ ਰਹੀ ਹੈ। ਅਤੇ ਪਹਿਲਾਂ ਬਾਹਰੋਂ ਛੁਟਕਾਰਾ ਹੋਵੇਗਾ ਤ੍ਰੈ ਗੁਣਾਂ ਤੋਂ। 3 ਗੁਣ ਸ਼ਕਤੀ ਤੋਂ ਪੈਦਾ ਹੋਏ ਹਨ, ਅਤੇ ਉਸ ਸ਼ਕਤੀ ਤੱਕ ਜਾਣ ਵਾਸਤੇ ਪਹਿਲਾਂ 3 ਗੁਣਾਂ ਤੋਂ ਛੁਟਕਾਰਾ, 3 ਗੁਣੀ ਮਾਇਆ ਤੋਂ ਛੁਟਕਾਰਾ, ਫਿਰ ਸ਼ਕਤੀ ਦੇ ਸਰੋਤ ਵੱਲ ਨੂੰ ਚੱਲ ਪੈਂਦਾ ਹੈ।